ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ। ਆਠ ਪਹਿਰ ਅਰਾਧੀਐ, ਪੂਰਨ ਸਤ ਗੁਰ ਗਿਆਨ, ਰਹਾਉ ਜਿਤ ਘਟ ਵਸੈ ਪਾਰ ਬ੍ਰਹਮ, ਕੋਈ ਸੁਹਾਵਾ ਥਾਉ। ਜਮ ਕੰਕਰ ਨੇੜ ਨਾ ਆਵਈ, ਰਸਨਾ ਹਰ ਗੁਣ ਗਾਓ। ਸੇਵਾ ਸੁਰਤ ਨਾ ਜਾਣੀਆ, ਨਾ ਜਾਪੈ ਆਰਾਧ। ਓਟ ਤੇਰੀ ਜਗ ਜੀਵਣਾ, ਮੇਰੇ ਠਾਕੁਰ ਅਗੰਮ ਅਗਾਧ। ਭਏ ਕਿਰਪਾਲ ਗੁਸਾਈਆ, ਨਠੇ ਸੋਗ ਸੰਤਾਪ। ਤਤੀ ਵਾਉ ਨ ਲੱਗਈ, ਸਤ ਗੁਰ ਰਖੇ ਆਪ। ਗੁਰ ਨਾਰਾਇਣ ਦਈ ਗੁਰ, ਗੁਰ ਸੱਚਾ ਸਿਰਜਨਹਾਰ। ਗੁਰ ਤੁਠੈ ਸਭ ਕਿਛ ਪਾਇਆ, ਜਨ ਨਾਨਕ ਸਦ ਬਲਿਹਾਰ। ਗੁਰ ਨਾਰਾਇਣ ਦਈ ਗੁਰ, ਗੁਰ ਸੱਚਾ ਸਿਰਜਨਹਾਰ। ਗੁਰ ਤੁਠੈ ਸਭ ਕਿਛ ਪਾਇਆ, ਜਨ ਨਾਨਕ ਸਦ ਬਲਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਭਗਤ ਵਛਲ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਬੜੇ ਹੀ ਅਦਬ ਸਹਿਤ ਜੁੜ ਕਰਕੇ ਬੈਠੇ ਗੁਰੂ ਸਵਾਰਿਓ, ਸਤਿਗੁਰਾਂ ਦੀ ਮਹਾਨ ਕਿਰਪਾਲਤਾ ਦੇ ਸਦਕਾ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਮਿਲਿਆ ਹੈ। ਦੇਸ਼ਾਂ ਵਿਦੇਸ਼ਾਂ ਦੇ ਅੰਦਰ ਇੰਟਰਨੈਟ ਟੀਵੀ ਮਾਧਿਅਮ ਦੁਆਰਾ ਘਰਾਂ ਵਿੱਚ ਬੈਠ ਕਰਕੇ ਪਾਵਨ ਅਸਥਾਨ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਫਤਿਹ ਨਗਰ ਨਵੀਂ ਦਿੱਲੀ ਤੋਂ ਸਿੱਧੇ ਪ੍ਰਸਾਰਨ ਦੁਆਰਾ ਆਪ ਪਾਵਨ ਬਾਣੀ ਦੇ ਕੀਰਤਨ ਦੇ ਨਾਲ ਜੁੜ ਰਹੇ ਹੋ। ਆਓ ਸਾਧ ਸੰਗਤ ਅਗਲੇ ਸਮੇਂ ਲਈ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ
ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜੀਏ। ਵਿਚਾਰ ਅਧੀਨ ਪਾਵਨ ਸ਼ਬਦ ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਏ। ਆਓ ਪਾਵਨ ਸ਼ਬਦ ਅਖਰੀ ਅਰਥ ਭਾਵ-ਅਰਥ ਸਮਝਣ ਤੋਂ ਪਹਿਲਾਂ ਸਾਰੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਰਸਨਾ ਪਵਿੱਤਰ ਕਰੋ। ਸਾਰੇ ਹੀ ਜਪੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਅੱਜ ਦਾ ਜੋ ਮੁਬਾਰਕ ਸ਼ਬਦ ਜਿਸ ਦੀ ਵਿਚਾਰ ਸਾਂਝੀ ਕਰਨ ਵਾਸਤੇ ਆਪਾਂ ਇਕੱਤਰ ਹੋਏ ਆ, ਮਾਂਝ ਰਾਗ ਅਤੇ ਗੌੜੀ ਦੋ ਰਾਗਾਂ ਦੇ ਅੰਦਰ ਮਿਸ਼ਰਤ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 218 ਦੇ ਉੱਪਰ ਸੁਭਾਏਮਾਨ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਬਚਨ ਗੌੜੀ ਮਹਿਲਾ ਪੰਜਵਾਂ ਮਾਂਝ। ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ। ਆਠ ਪਹਿਰ ਅਰਾਧੀਐ ਪੂਰਨ ਸਤਿਗੁਰ ਗਿਆਨ ਰਹਾਓ। ਸਾਧ ਸੰਗਤ, ਇਹ ਪਾਵਨ ਸ਼ਬਦ ਜਿਸ ਦਾ ਪਾਠ ਆਪ ਜੀ ਨੇ ਕਈ ਵਾਰ ਸਰਵਨ ਕੀਤਾ, ਕਈ ਵਾਰ ਆਪ ਇਹ ਸ਼ਬਦ ਪੜ੍ਹਿਆ ਹੋਵੇਗਾ। ਬਹੁਤਾਤ ਘਰਾਂ ਦੇ ਅੰਦਰ ਇਹ ਸ਼ਬਦ ਜਿਹੜਾ ਹੈ ਆਮ ਪੜ੍ਹਿਆ ਜਾਂਦਾ ਹੈ। ਇਸ ਪਾਵਨ ਸ਼ਬਦ ਦੇ ਰਾਹੀਂ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਨੁਕਤੇ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ, ਆਪਾਂ ਸਮਝਣ ਦਾ ਯਤਨ ਕਰਨਾ ਹੈ। ਸਭ ਤੋਂ ਪਹਿਲਾਂ ਜਿਹੜੀ ਗੱਲ ਹਜੂਰ ਨੇ ਰਹਾਉ ਦੇ ਬੰਦ ਵਿੱਚ ਸਮਝਾਈ ਹੈ, ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ। ਆਠ ਪਹਿਰ ਅਰਾਧੀਐ ਪੂਰਨ ਸਤਿਗੁਰ ਗਿਆਨ। ਵਾਹਿਗੁਰੂ ਦਾ ਨਾਮ ਸਾਰੇ ਦੁੱਖਾਂ ਦਾ ਖਾਤਮਾ ਕਰਨ ਵਾਲਾ ਏ। ਹੇ ਵਾਹਿਗੁਰੂ, ਤੇਰਾ ਨਾਮ ਦੁੱਖਾਂ ਨੂੰ ਭੰਨਣ ਵਾਲਾ ਹੈ, ਦੁੱਖਾਂ ਦਾ ਨਾਸ ਕਰਨ ਵਾਲਾ ਏ। ਅਤੇ ਪੂਰੇ ਗੁਰੂ ਨੇ ਇਹ ਗਿਆਨ ਬਖਸ਼ਿਸ਼ ਕੀਤਾ, ਇਹ ਸਮਝ ਤੇ ਸੋਝੀ ਦਿੱਤੀ ਹੈ। ਆਠ ਪਹਿਰ ਅਰਾਧੀਐ, ਉਹ ਵਾਹਿਗੁਰੂ ਦਾ ਨਾਮ ਅੱਠੇ ਪਹਿਰ ਧਿਆਉਣਾ ਚਾਹੀਦਾ ਹੈ, ਸਿਮਰਨਾ ਚਾਹੀਦਾ ਹੈ, ਜਿਸ ਦਾ ਨਾਮ ਦੁੱਖਾਂ ਨੂੰ ਭੰਨਣ ਵਾਲਾ, ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਇਹ ਗਿਆਨ ਪੂਰਨ ਸਤਿਗੁਰੂ ਨੇ ਇਹ ਗਿਆਨ ਬਖਸ਼ਿਸ਼ ਕੀਤਾ, ਇਹ ਸਮਝ ਤੇ ਸੋਝੀ ਸਾਨੂੰ ਜੀਵਨ ਨੂੰ ਦਿੱਤੀ ਹੈ। ਤੇ ਸਾਧ ਸੰਗਤ, ਜਦੋਂ ਆਪਾਂ ਇਹ ਸ਼ਬਦ ਪੜ੍ਹਦੇ ਆ ਤੇ ਸਾਡੇ ਮਨ ਦੇ ਅੰਦਰ ਇਹ ਭਾਵਨਾ ਹੁੰਦੀ ਹੈ ਕਿ ਇਹ ਸ਼ਬਦ ਦਾ ਜਾਪ ਅਸੀਂ ਵਾਰ-ਵਾਰ ਕਰੀਏ ਤਾਂ ਕਿ ਸਾਡੀ ਜ਼ਿੰਦਗੀ ਵਿੱਚੋਂ ਦੁੱਖ ਦੂਰ ਹੋ ਜਾਣ। ਇਸੇ ਤਰ੍ਹਾਂ ਦੇ ਕੁਝ ਸ਼ਬਦਾਂ ਦਾ ਸੰਗ੍ਰਹਿ ਕਰਕੇ ਇੱਕ ਛੋਟਾ ਜਿਹਾ ਗੁਟਕਾ ਤਿਆਰ ਕੀਤਾ ਗਿਆ, ਜਿਹਦਾ ਨਾਮ ਹੀ ਦੁੱਖ ਭੰਜਨੀ ਰੱਖ ਦਿੱਤਾ। ਤੋ ਹਰ ਕੋਈ ਚਾਹੁੰਦਾ ਹੈ ਮੇਰੇ ਦੁੱਖ ਦੂਰ ਹੋ ਜਾਣ, ਮੇਰੇ ਜੀਵਨ ਵਿੱਚੋਂ ਦੁੱਖਾਂ ਦੀ ਨਿਵਰਤੀ ਹੋਵੇ। ਇਸ ਕਰਕੇ ਲੋਕ ਜਿਹੜੇ ਨੇ ਉਹ ਉਹਨਾਂ ਸ਼ਬਦਾਂ ਨੂੰ ਵਾਰ-ਵਾਰ ਘਰ ਵਿੱਚ ਪੜ੍ਹਦੇ ਨੇ,
ਵਾਰ-ਵਾਰ ਉਹਦਾ ਪਾਠ ਕੀਤਾ ਜਾਂਦਾ ਹੈ ਤਾਂ ਕਿ ਸਾਡੇ ਜੀਵਨ ਵਿੱਚੋਂ तमाम ਦੁੱਖ ਦੂਰ ਹੋ ਜਾਣ। ਤੇ ਮੈਂ ਬੇਨਤੀ ਕਰਾਂ, ਇਸ ਸ਼ਬਦ ਦੇ ਅੰਦਰ ਬੜੇ ਪਿਆਰੇ ਨੁਕਤੇ ਹਜ਼ੂਰ ਨੇ ਸਾਡੀ ਝੋਲੀ ਵਿੱਚ ਪਾਏ ਨੇ। ਪਹਿਲੀ ਗੱਲ, ਪਰਮੇਸ਼ਰ ਦਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਤੇ ਸਾਨੂੰ ਸਮਝਣਾ ਪਵੇਗਾ ਕਿ ਸਾਡੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਕਿਉਂ ਨੇ, ਦੁੱਖ ਕਿੰਨੀ ਪ੍ਰਕਾਰ ਦੇ ਨੇ, ਕਿਵੇਂ ਲੱਗਦੇ ਨੇ, ਇਸ ਗੱਲ ਦੀ ਸੋਝੀ ਸਾਨੂੰ ਹੋਣੀ ਲਾਜ਼ਮੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਫੈਸਲਾ ਦਿੱਤਾ, ਕਹਿੰਦੇ ਦੁੱਖ ਕਦੋਂ ਆਉਂਦਾ ਜੀਵਨ ਵਿੱਚ, ਤੇ ਦੁੱਖ ਕਿੰਨੀ ਪ੍ਰਕਾਰ ਦੇ ਨੇ। ਆਮ ਤੌਰ ਤੇ 3 ਤਰ੍ਹਾਂ ਦੇ ਤਾਪ ਜਿਹੜੇ ਨੇ ਮੰਨੇ ਗਏ ਨੇ, 3 ਤਰ੍ਹਾਂ ਦੇ ਦੁੱਖ ਜਿਹੜੇ ਨੇ ਮੰਨੇ ਗਏ ਨੇ। ਇੱਕ ਹੈ ਆਦ, ਆਦ ਤੋਂ ਭਾਵ ਹੈ ਮਨ ਦੇ ਰੋਗ। ਹੁਣ ਮਨ ਨੂੰ ਕਈ ਰੋਗ ਚਿੰਬੜੇ ਹੋਏ ਨੇ, ਚਿੰਤਾ, ਫਿਕਰ, ਝੋਰੇ, ਡਰ, ਵਹਿਮ, ਇਹ ਸਾਰੇ ਮਨ ਦੇ ਰੋਗ ਨੇ ਸਾਡੇ। ਇੱਕ ਸਾਧ ਸੰਗਤ ਹੈ ਵਿਆਧ, ਸਰੀਰ ਦੇ ਰੋਗ। ਸਰੀਰ ਦੇ ਵੀ ਕਈ ਰੋਗ ਨੇ, ਤਾਪ ਚੜ ਜਾਣਾ, ਸਿਰ ਦਰਦ ਹੋਣਾ, ਹੋਰ ਕਈ ਰੋਗ ਨੇ ਸਰੀਰ ਨੂੰ ਜਿਹੜੇ ਲੱਗ ਜਾਂਦੇ ਨੇ। ਆਦ, ਵਿਆਧ, ਉਪਾਦ। ਅਤੇ ਤੀਜਾ ਹੈ ਕੁਦਰਤੀ ਆਫਤਾਂ ਆ ਜਾਣੀਆਂ, ਜਿਵੇਂ ਹਨੇਰੀ ਆ ਗਈ, ਭੁਚਾਲ ਆ ਗਿਆ, ਹੜ੍ਹ ਆ ਗਿਆ, ਉਹ ਵੀ ਸਾਨੂੰ ਦੁੱਖ ਦਿੰਦੇ ਨੇ, ਉਹ ਵੀ ਸਾਨੂੰ ਪਰੇਸ਼ਾਨ ਕਰਦੇ ਨੇ। ਹੁਣ ਇਹ 3 ਤਰ੍ਹਾਂ ਦੇ ਤਾਪ ਬਾਣੀ ਨੇ ਮੰਨੇ ਨੇ, ਤੇ ਇਹ ਬਚਨ ਵੀ ਆਪਾਂ ਪੜ੍ਹਦੇ ਹਾਂ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਬਿਘਨ ਨਾ ਕੋ ਲਾਗੈ ਜਾ ਕੀ, ਪ੍ਰਭ ਆਗੇ ਅਰਦਾਸ। ਜਿਹੜਾ ਵਾਹਿਗੁਰੂ ਦਾ ਓਟ ਆਸਰਾ ਲੈਂਦਾ ਏ, ਉਹਦੇ ਚਰਨਾਂ ਵਿੱਚ ਅਰਦਾਸ ਕਰਦਾ ਏ, ਮਹਾਰਾਜ ਕਹਿੰਦੇ ਉਹਦੇ 3 ਤਾਪ ਜਿਹੜੇ ਨੇ ਉਹ ਨਾਸ ਹੋ ਜਾਂਦੇ ਨੇ। ਤੀਨੇ ਤਾਪ ਨਿਵਾਰਨ ਹਾਰਾ, ਉਹਦੇ ਜੀਵਨ ਵਿੱਚੋਂ ਇਹ 3 ਤਾਪ ਉਹਨਾਂ ਦੀ ਨਿਵਰਤੀ ਹੋ ਜਾਂਦੀ ਹੈ। ਹੁਣ 3 ਤਰ੍ਹਾਂ ਦੇ ਤਾਪ ਦੀ ਗੱਲ ਹਜ਼ੂਰ ਨੇ ਕੀਤੀ। ਤੋਂ ਪਹਿਲਾਂ ਆਪਾਂ ਵਿਚਾਰਾਂਗੇ ਜਿਹੜੇ ਮਨ ਦੇ ਰੋਗ ਨੇ ਸਾਨੂੰ ਲੱਗੇ ਹੋਏ, ਤਨ ਦੇ ਰੋਗ ਨੇ, ਇਹਨਾਂ ਦਾ ਕੀ ਕਾਰਨ ਹੈ। ਜੇਕਰ ਮਨ ਦੇ ਰੋਗਾਂ ਦੀ ਗੱਲ ਕਰੀਏ ਤੋ ਸਿਮਰਨ ਤੋਂ ਵਿਹੂਣਾ ਮਨੁੱਖ, ਪਰਮੇਸ਼ਰ ਦੀ ਬੰਦਗੀ ਤੋਂ ਵਿਹੂਣਾ ਮਨੁੱਖ, ਉਹਦੇ ਅੰਦਰ ਇਹ ਸਹਿਮ ਸਦਾ ਬਣਿਆ ਰਹਿੰਦਾ ਹੈ ਕਿ ਕੱਲ ਦਾ ਨਹੀਂ ਕੀ ਹੋਵੇਗਾ। ਕਿਸੇ ਨੂੰ ਰੋਜ਼ੀ ਦੀ ਚਿੰਤਾ ਲੱਗੀ ਹੋਈ ਹੈ, ਚਿੰਤਾ ਦੇ ਵਿੱਚ, ਫਿਕਰ ਵਿੱਚ ਹੈ, ਝੋਰਿਆਂ ਦੇ ਵਿੱਚ ਮਨੁੱਖ ਜੀ ਰਿਹਾ ਹੈ। ਤੇ ਜਦੋਂ ਸਿਮਰਨ ਦੇ ਵਿੱਚ ਜੁੜੇਗਾ ਕੋਈ ਵੀ ਮਨੁੱਖ, ਸਿਮਰਨ ਕਰਨ ਦੇ ਨਾਲ ਸਭ ਤੋਂ ਪਹਿਲੀ ਜਿਹੜੀ ਅਵਸਥਾ ਹੈ ਮਨ ਦੇ ਅੰਦਰ, ਉਹ ਭਰੋਸਾ, ਪਰਮੇਸ਼ਰ ਦੇ ਉੱਪਰ ਭਰੋਸਾ ਵੱਧ ਜਾਂਦਾ ਹੈ। ਫਿਰ ਚਿੰਤਾ ਨਹੀਂ ਮਨ ਦੇ ਅੰਦਰ ਹੁੰਦੀ। ਸਿਮਰਨ ਕਰਨ ਵਾਲਿਆਂ ਦੇ ਜੀਵਨ ਵਿੱਚ ਭਰੋਸਾ ਹੋਏਗਾ ਤੇ ਸਿਮਰਨ ਤੋਂ ਵਿਹੂਣੇ, ਬੰਦਗੀ ਤੋਂ ਵਿਹੂਣੇ ਮਨੁੱਖ ਤੁਹਾਨੂੰ ਚਿੰਤਾ ਦੇ ਵਿੱਚ ਨਜ਼ਰ ਆਉਣਗੇ। ਇਸੇ ਤਰ੍ਹਾਂ ਜਦੋਂ ਜ਼ਿੰਦਗੀ ਵਿੱਚ ਕੋਈ ਦੁੱਖ ਆਉਂਦਾ ਏ, ਸਰੀਰਕ ਕਸ਼ਟ ਆਉਂਦਾ ਏ, ਤੇ ਵਿਦਵਾਨ ਪੁਰਸ਼ਾਂ ਦਾ ਕਹਿਣਾ ਹੈ ਜਦੋਂ ਵੀ ਕੋਈ ਦੁੱਖ ਜ਼ਿੰਦਗੀ ਵਿੱਚ ਆਉਂਦਾ ਏ, ਅਸਲ ਵਿੱਚ ਦੁੱਖ ਇੱਕ ਇਮਤਿਹਾਨ ਹੁੰਦਾ ਹੈ, ਇੱਕ ਪੇਪਰ ਹੁੰਦਾ, ਇੱਕ ਪਰਚਾ ਹੁੰਦਾ ਹੈ। ਤੇ ਤੁਸੀਂ ਨੋਟ ਕੀਤਾ ਹੋਵੇਗਾ, ਸਕੂਲ ਵਿੱਚ ਬੱਚਾ ਸਾਰਾ ਸਾਲ ਜਾਂਦਾ ਹੈ, ਤੇ ਸਾਰਾ ਸਾਲ ਜਦੋਂ ਬੱਚਾ ਸਕੂਲ ਵਿੱਚ ਜਾਂਦਾ ਹੈ, ਸਾਲ ਦੇ ਆਖਰੀ ਦਿਨਾਂ ਦੇ ਵਿੱਚ ਟੀਚਰ ਕਹਿੰਦਾ, ਕਾਕਾ ਫਲਾਣੇ ਦਿਨ ਤੇਰਾ ਇਮਤਿਹਾਨ ਹੈ। ਤੇ ਨੋਟ ਕਰਿਓ, 2 ਤਰ੍ਹਾਂ ਦੇ ਬੱਚੇ ਹੁੰਦੇ ਨੇ। ਇੱਕ ਬੱਚੇ ਨੂੰ ਪਤਾ ਲੱਗਾ ਮੇਰਾ ਇਮਤਿਹਾਨ ਹੈ, ਉਹ ਖੁਸ਼ ਹੋਇਆ। ਇੱਕ ਬੱਚੇ ਨੂੰ ਪਤਾ ਲੱਗਾ ਮੇਰਾ ਇਮਤਿਹਾਨ ਹੈ, ਉਹਦੇ ਚਿਹਰੇ ਤੇ ਖੁਸ਼ੀ ਨਹੀਂ, ਉਹਦੇ ਚਿਹਰੇ ਤੇ ਚਿੰਤਾ ਛਾ ਗਈ। ਜਦੋਂ ਚਿੰਤਾ ਆਈ ਚਿਹਰੇ ਤੇ, ਉਹਨੇ ਕੀ ਕੀਤਾ,
ਕਾਲੀ ਕਾਲੀ ਕਿਤਾਬਾਂ ਚੁੱਕੀਆਂ ਪੜ੍ਹਨ ਬੈਠ ਗਿਆ। ਜਿਉਂ-ਜਿਉਂ ਪੜ੍ਹਦਾ ਚਿੰਤਾ ਵਧੀ ਜਾਂਦੀ ਹੈ, ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਕਹਿੰਦੇ ਕਾਲੀ ਕਾਲੀ ਕਿਤਾਬਾਂ ਪੜ੍ਹ ਰਿਹਾ ਏ ਤੇ ਕਿਤਾਬਾਂ ਪੜ੍ਹਦਿਆਂ ਪੜ੍ਹਦਿਆਂ ਜਿੱਥੇ ਇਮਤਿਹਾਨ ਹੋਣਾ ਸੀ ਉਸ ਕਮਰੇ ਤੱਕ ਪਹੁੰਚ ਗਿਆ, ਕਿਤਾਬਾਂ ਨਾਲੇ ਚੁੱਕੀ ਫਿਰਦਾ ਹੈ। ਚਿੰਤਾ ਬਹੁਤ ਹੈ। ਤੇ ਜਦੋਂ ਇਮਤਿਹਾਨ ਦੇਣ ਬੈਠਾ ਚਿੰਤਾ ਦੇ ਵਿੱਚ ਹੈ, ਇਮਤਿਹਾਨ ਵਿੱਚੋਂ ਪਾਸ ਨਹੀਂ ਹੋ ਸਕਿਆ। ਕਿਉਂ? ਕਿਉਂਕਿ ਉਹਨੇ ਸਾਰਾ ਸਾਲ ਤਾਂ ਮਿਹਨਤ ਕੀਤੀ। ਧਿਆਨ ਆਇਆ ਤੇ ਮੌਕੇ ਤੇ ਕਿਤਾਬਾਂ ਚੁੱਕ ਕੇ ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਇਮਤਿਹਾਨ ਵਿੱਚ ਸਫਲਤਾ ਹਾਸਲ ਕਰ ਲਵਾਂ, ਚੰਗੇ ਨੰਬਰ ਪ੍ਰਾਪਤ ਕਰ ਲਵਾਂ, ਪਰ ਉਹ ਕੁਝ ਵੀ ਨਹੀਂ ਕਰ ਸਕਿਆ। ਪਰ ਇੱਕ ਬੱਚਾ ਜਿਹੜਾ ਸਾਰਾ ਸਾਲ ਕੰਟੀਨਿਊ ਮਿਹਨਤ ਕਰ ਰਿਹਾ, ਰੋਜ਼ਾਨਾ ਹੀ ਪੜ੍ਹਦਾ, ਰੋਜ਼ਾਨਾ ਹੀ ਰੋਜ਼ ਪੜ੍ਹਦਾ ਹੈ, ਰੋਜ਼ ਅਭਿਆਸ ਕਰਦਾ ਹੈ, ਤੇ ਜਿਸ ਦਿਨ ਉਹਦਾ ਪੇਪਰ ਹੋਇਆ, ਇਮਤਿਹਾਨ ਹੋਇਆ, ਉਹਨੂੰ ਕੋਈ ਚਿੰਤਾ ਨਹੀਂ ਸੀ। ਬੜੇ ਆਰਾਮ ਨਾਲ ਉਹਨੇ ਪੇਪਰ ਦਿੱਤਾ ਤੇ ਬਹੁਤ ਚੰਗੇ ਨੰਬਰ ਪ੍ਰਾਪਤ ਕਰ ਲਏ। ਸਾਡੀ ਜੀਵਨ ਦੀ ਵੀ ਇਹ ਹਾਲਤ ਹੈ। ਦੁੱਖ ਸੁੱਖ ਜ਼ਿੰਦਗੀ ਵਿੱਚ ਆਉਣੇ ਲਾਜ਼ਮੀ ਨੇ। ਸਤਿਗੁਰੂ ਨੇ ਆਖਿਆ ਕੱਪੜਿਆਂ ਦੀ ਤਰ੍ਹਾਂ ਨੇ। ਜਿਵੇਂ ਇੱਕੋ ਹੀ ਕੱਪੜਾ ਰੋਜ਼ ਅਸੀਂ ਪਾ ਕੇ ਨਹੀਂ ਰੱਖਦੇ, ਅਗਲੇ ਦਿਨ ਚੇਂਜ ਕਰ ਦਿੰਦੇ ਆ, ਇਉਂ ਜ਼ਿੰਦਗੀ ਦੇ ਦੋ ਪਹਿਲੂ ਨੇ, ਕਦੇ ਦੁੱਖ ਹੈ ਕਦੇ ਸੁੱਖ ਹੈ। ਦੁੱਖ ਜਦੋਂ ਆਉਂਦਾ ਸਾਡਾ ਇਮਤਿਹਾਨ ਹੁੰਦਾ ਏ, ਤੇ ਜਦੋਂ ਇਮਤਿਹਾਨ ਹੋਵੇ ਸਾਡਾ, ਤੇ ਉਦੋਂ ਫਿਰ ਕਈ ਲੋਕ ਕਾਹਲੀ ਵਿੱਚ, ਚਿੰਤਾ ਵਿੱਚ ਘਾਬਰੇ ਹੋਏ ਬੜੀਆਂ ਅਰਦਾਸਾਂ ਬੇਨਤੀਆਂ ਕਰਦੇ ਨੇ। ਉਦੋਂ ਵਾਹਿਗੁਰੂ ਨੂੰ ਚੇਤੇ ਕਰਦੇ ਨੇ। ਚੰਗੀ ਗੱਲ ਹੈ ਚੇਤੇ ਕਰਨਾ, ਪਰ ਜੇ ਹਰ ਵੇਲੇ ਹੀ ਅੱਠੇ ਪੈਰ ਹੀ ਵਾਹਿਗੁਰੂ ਨੂੰ ਸਿਮਰਦੇ ਰਹਿੰਦੇ ਤਾਂ ਜਦੋਂ ਉਹ ਪਰਚਾ ਪੈਣਾ ਸੀ, ਦੁੱਖ ਆਉਣਾ ਸੀ, ਉਹਨਾਂ ਨੂੰ ਕੋਈ ਚਿੰਤਾ ਨਹੀਂ ਸੀ ਹੋਣੀ, ਉਹਨਾਂ ਨੂੰ ਕੋਈ ਘਬਰਾਹਟ ਨਹੀਂ ਸੀ ਹੋਣੀ, ਕਿਉਂਕਿ ਉਹਨਾਂ ਦੀ ਤਿਆਰੀ ਇੰਨੀ ਹੋ ਚੁੱਕੀ ਸੀ ਇਮਤਿਹਾਨ ਵਾਸਤੇ। ਇਸ ਦੁੱਖ ਦਾ ਸਾਹਮਣਾ ਕਰਨ ਵਾਸਤੇ ਉਹਨਾਂ ਨੇ ਉਸ ਦੁੱਖ ਨੂੰ ਹੱਸ ਕੇ ਐਕਸੈਪਟ ਕਰ ਲੈਣਾ ਸੀ, ਉਹਦਾ ਸਾਹਮਣਾ ਕਰਨਾ ਸੀ। ਅਤੇ ਇਤਿਹਾਸ ਗਵਾਹ ਹੈ ਜਿਨ੍ਹਾਂ ਦੀ ਤਿਆਰੀ ਸੀ, ਇੰਨੀ ਜ਼ਿਆਦਾ ਤਿਆਰੀ ਸੀ, ਦਿੱਲੀ ਦੇ ਚਾਂਦਨੀ ਚੌਂਕ ਦੇ ਅੰਦਰ ਬਹੁਤ ਵੱਡਾ ਇਮਤਿਹਾਨ ਹੋਇਆ। ਕਹਿਣ ਲੱਗੇ ਜਾਂ ਤੇ ਮੁਸਲਮਾਨ ਹੋ ਜਾਓ ਗੁਰੂ ਤੋਂ ਬੇਮੁਖ, ਤੇ ਜਾਂ ਫਿਰ ਆਰੇ ਨਾਲ ਚੀਰ ਦਿਆਂਗੇ। ਇਮਤਿਹਾਨ ਬਹੁਤ ਵੱਡਾ ਸੀ ਸਾਧ ਸੰਗਤ, ਦੁੱਖ ਬਹੁਤ ਵੱਡਾ ਹੈ। ਛੋਟਾ ਜਿਹਾ ਚੀਰਾ ਵੀ ਕਿਤੇ ਹੱਥ ਤੇ ਲੱਗ ਜਾਏ ਤੇ ਬੜਾ ਦੁੱਖ ਹੁੰਦਾ ਹੈ। ਪੂਰਾ ਸਰੀਰ ਆਰੇ ਨਾਲ ਚੀਰਿਆ ਜਾਣਾ, ਦੋ ਫਾੜ ਕਰ ਦੇਣਾ। ਇਮਤਿਹਾਨ ਬਹੁਤ ਵੱਡਾ ਸੀ, ਪਰ ਉਸ ਇਮਤਿਹਾਨ ਤੋਂ ਪਹਿਲਾਂ ਦਾਸ ਦੀ ਤਿਆਰੀ ਇੰਨੀ ਜ਼ਿਆਦਾ ਸੀ ਕਿ ਉਸ ਇਮਤਿਹਾਨ ਵਿੱਚ 100/100 ਨੰਬਰ ਲੈ ਕੇ ਪਾਸ ਹੋ ਗਏ। ਤਿਆਰੀ ਇੰਨੀ ਜ਼ਿਆਦਾ ਸੀ। ਇਮਤਿਹਾਨ ਸਾਹਮਣੇ ਵੇਖਿਆ ਭਾਈ ਦਿਆਲੇ ਨੇ, ਤਿਆਰੀ ਇੰਨੀ ਜ਼ਿਆਦਾ ਸੀ ਕਿ ਉਸ ਇਮਤਿਹਾਨ ਦੇ ਵਿੱਚ 100/100 ਨੰਬਰ ਲੈ ਕੇ ਪਾਸ ਹੋਏ, ਡੋਲੇ ਨਹੀਂ। ਇਮਤਿਹਾਨ ਸਾਹਮਣੇ ਵੇਖਿਆ ਬਹੁਤ ਵੱਡਾ। ਭਾਈ ਸਤੀ ਦਾਸ ਨੇ ਕਿਰੂੰ ਦੇ ਵਿੱਚ ਲਪੇਟ ਕੇ ਸਾੜਿਆ ਜਾਣ, ਵੱਡਾ ਦੁੱਖ ਹੈ, ਪਰ ਤਿਆਰੀ ਇੰਨੀ ਜ਼ਿਆਦਾ ਕੀਤੀ ਹੋਈ ਸੀ, 100/100 ਨੰਬਰ ਲੈ ਕੇ ਪਾਸ ਹੋ ਗਏ। ਇੱਥੇ ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਦੁੱਖ ਜ਼ਿੰਦਗੀ ਵਿੱਚ ਆਏਗਾ, ਇੱਕ ਇਮਤਿਹਾਨ ਹੈ, ਪਰ ਉਸ ਤੋਂ ਪਹਿਲਾਂ ਤੇਰੀ ਤਿਆਰੀ ਹੋਣੀ ਚਾਹੀਦੀ ਹੈ। 8 ਪਹਿਰ ਅਰਾਧੀ ਹੈ, ਇਸੇ ਕਰਕੇ ਗੁਰੂ ਕਹਿੰਦਾ ਤੂੰ ਤਿਆਰੀ ਕਰੀ ਰੱਖ। ਇਮਤਿਹਾਨ ਜ਼ਿੰਦਗੀ ਵਿੱਚ ਕਦੇ ਵੀ ਆ ਸਕਦਾ ਹੈ, ਦੁੱਖ ਕਦੇ ਵੀ ਆ ਸਕਦਾ ਜ਼ਿੰਦਗੀ ਦੇ ਅੰਦਰ, ਪਰ ਤੇਰੀ ਤਿਆਰੀ ਹੋਣੀ ਚਾਹੀਦੀ ਹੈ। ਤੂੰ ਉਸ ਦੁੱਖ ਦੇ ਨਾਲ ਨਜਿੱਠਣ ਵਾਸਤੇ ਤਿਆਰ ਹੋਵੇਂ। ਕੁਝ ਮਨ ਦੇ ਰੋਗ ਨੇ, ਚਿੰਤਾਵਾਂ ਨੇ, ਤੇ ਜਿਹੜਾ ਬੰਦਾ ਸਿਮਰਨ ਵਿੱਚ ਜੁੜ ਜਾਂਦਾ ਏ ਉਹਨੂੰ ਕੋਈ ਚਿੰਤਾ ਨਹੀਂ ਹੁੰਦੀ, ਉਹਨੂੰ ਫਿਕਰ ਨਹੀਂ ਹੁੰਦਾ। ਉਹਨੂੰ ਪਤਾ ਹੁੰਦਾ ਏ
ਕਿ ਗੁਰੂ ਤੇ ਰੋਜ਼ ਹੀ ਮੈਨੂੰ ਸਮਝਾਉਂਦਾ ਹੈ, ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਉ ਪਰਿਆ। ਪੱਥਰ ਮੈਂ ਜੰਤ ਉਪਾਏ ਤਾ ਕਾ ਰਿਜ਼ਕ ਆਗੇ ਕਰ ਧਰਿਆ। ਕਿ ਪਰਮੇਸ਼ਰ ਨੇ ਰਿਜ਼ਕ ਦਾ ਪ੍ਰਬੰਧ ਤੇ ਸਾਰਿਆਂ ਦਾ ਹੀ ਕੀਤਾ ਹੋਇਆ ਏ, ਐਵੇਂ ਮੈਂ ਚਿੰਤਾ ਕਿਉਂ ਕਰੀ ਜਾਨਾ। ਸੋ ਸਿਮਰਨ ਕਰਨ ਵਾਲੇ ਦੇ ਅੰਦਰੋਂ ਚਿੰਤਾ ਫਿਕਰ ਝੋਰੇ ਡਰ ਤੇ ਵਹਿਮ ਜਿਹੜੇ ਨੇ ਖਤਮ ਹੋ ਜਾਂਦੇ ਨੇ। ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮਾਰਨ ਵਾਲਾ ਰੱਖਣ ਵਾਲਾ ਇੱਕ ਨਿਰੰਕਾਰ ਹੀ ਹੈ। ਮਾਰੇ ਰਾਖੈ ਏਕੋ ਆਪ ਮਾਨੁਕੈ ਕਿਛ ਨਾਹੀ ਹਾਥ। ਕਈ ਵਾਰ ਡਰ ਹੁੰਦਾ ਹੈ ਨਾ, ਬੜਾ ਵਹਿਮ, ਕਈਆਂ ਦੇ ਵੈਸੇ ਵਹਿਮ ਮਨ ਵਿੱਚ ਵੜ ਜਾਂਦਾ ਹੈ। ਘਰ ਵਿੱਚ ਥੋੜਾ ਜਿਹਾ ਕਸ਼ਟ ਆ ਗਿਆ, ਦੁੱਖ, ਉਹ ਕਹਿਣਗੇ ਸਾਡੇ ਤੇ ਕਿਸੇ ਨੇ ਕੀਤਾ ਕਰਾਇਆ, ਸਾਡੇ ਤੇ ਕਿਸੇ ਨੇ ਕੁਝ ਕਰ ਦਿੱਤਾ ਹੈ। ਵਹਿਮ ਦੇ ਵਿੱਚ ਪੈ ਕੇ ਉਹ ਪਖੰਡੀਆਂ ਦੇ ਕੋਲ ਚਲੇ ਜਾਂਦੇ ਨੇ, ਤੇ ਜਿਹੜੇ ਪਖੰਡੀ ਲੋਕ ਨੇ ਉਹ ਤੁਹਾਡੇ ਇਸ ਵਹਿਮ ਦਾ ਨਜਾਇਜ਼ ਫਾਇਦਾ ਚੁੱਕਦੇ ਨੇ। ਉਹ ਕਹਿੰਦਾ ਤੁਹਾਡੇ ਘਰੇ ਕਸ਼ਟ ਹੈ ਨਾ, ਇਹ ਤੁਹਾਡੇ ਕਰਮਾਂ ਕਰਕੇ ਨਹੀਂ ਆਇਆ, ਕਿਸੇ ਦਾ ਕੀਤਾ ਕਰਾਇਆ, ਕਿਸੇ ਨੇ ਤੁਹਾਡੇ ਤੇ ਕਟੂਣਾ ਟਮਾਣਾ ਕਰ ਦਿੱਤਾ। ਤਾਂ ਫਿਰ ਬੜੇ ਉਪਾਅ ਦੱਸੇ ਜਾਂਦੇ ਨੇ, ਲੁੱਟ ਦਾ ਜਾਲ ਬਣਾਇਆ ਹੋਇਆ ਲੋਕਾਂ ਨੇ। ਤੇ ਅਸੀਂ ਵਹਿਮਾਂ ਭਰਮਾਂ ਵਿੱਚ ਕਰਮ ਕਾਂਡਾਂ ਵਿੱਚ ਫਸੇ ਹੋਏ ਉਹਨਾਂ ਲੋਕਾਂ ਦੇ ਕੋਲ ਜਾ ਜਾ ਕੇ ਆਪਣੀ ਆਰਥਿਕ ਲੁੱਟ ਕਰਵਾ ਰਹੇ ਹਾਂ। ਆਰਥਿਕ ਲੁੱਟ ਹੀ ਨਹੀਂ, ਕਈ ਵਾਰ ਜਿਸਮਾਨੀ ਲੁੱਟ ਦਾ ਵੀ ਲੋਕ ਬਣ ਜਾਂਦੇ ਨੇ। ਇਸ ਕਰਕੇ ਸਿਮਰਨ ਕਰਨ ਵਾਲੇ ਦੇ ਅੰਦਰ ਨਿਰਭੈਤਾ ਆ ਜਾਂਦੀ ਹੈ, ਨਿਰਵੈਰਤਾ ਆ ਜਾਂਦੀ ਹੈ, ਉਹਦੇ ਅੰਦਰ ਚੜ੍ਹਦੀ ਕਲਾ ਹੁੰਦੀ ਹੈ। ਉਹਨੂੰ ਕਿਸੇ ਪ੍ਰਕਾਰ ਦਾ ਡਰ ਤੇ ਝੋਰਾ ਨਹੀਂ। ਮਾਨਸਿਕ ਰੋਗਾਂ ਦੀ ਗੱਲ, ਅੱਗੇ ਸਰੀਰ ਦੇ ਰੋਗਾਂ ਦੀ ਗੱਲ। ਗੁਰਦੇਵ ਨੇ ਕਿਰਪਾ ਕੀਤੀ, ਕਹਿੰਦੇ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਜਦੋਂ ਮਾਲਕ ਪ੍ਰਭੂ ਨੂੰ ਵਿਸਾਰ ਕੇ ਅਸੀਂ ਵਿਸ਼ੇ ਵਿਕਾਰਾਂ ਤੇ ਭੋਗਾਂ ਦੇ ਚਸਕਿਆਂ ਵਿੱਚ ਫਸ ਜਾਵਾਂਗੇ, ਜਿਵੇਂ ਜਿਵੇਂ ਵਿਸ਼ੇ ਵਿਕਾਰਾਂ ਭੋਗਾਂ ਨੂੰ ਭੋਗਾਂਗੇ, ਤਿਉਂ ਤਿਉਂ ਬਾਣੀ ਨੇ ਆਖਿਆ ਰੋਗ ਸਾਡੇ ਸਰੀਰ ਵਿੱਚ ਉਤਪੰਨ ਹੋਣਗੇ, ਪੈਦਾ ਹੋਣਗੇ। ਗੁਰਬਾਣੀ ਨੇ ਸਾਦਾ ਪਹਿਰਾਵਾ, ਸਾਦਾ ਜੀਵਨ ਤੇ ਸਾਦੀ ਖੁਰਾਕ ਤੇ ਜ਼ੋਰ ਦਿੱਤਾ ਹੈ। ਮਹਾਰਾਜ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਮਹਾਰਾਜ ਨੇ ਸਾਨੂੰ ਹਰ ਇੱਕ ਪੱਖ ਤੋਂ ਸੁਚੇਤ ਕੀਤਾ ਹੈ ਕਿ ਤੂੰ ਸਵਾਰੀ ਕਿਹੋ ਜੀ ਕਰਨੀ ਹੈ, ਤੂੰ ਖਾਣਾ ਕੀ ਹੈ, ਤੂੰ ਪੀਣਾ ਕਿਵੇਂ ਹੈ, ਪਹਿਨਣਾ ਕਿਵੇਂ ਹੈ। ਪਰ ਅਸੀਂ ਕਦੇ ਗੁਰੂ ਨੂੰ ਆ ਕੇ ਪੁੱਛਿਆ ਹੀ ਨਹੀਂ। ਅਸੀਂ ਆਪਣੇ ਮਨ ਦੇ ਪਿੱਛੇ ਤੁਰਦੇ ਹਾਂ ਤੇ ਜਾਂ ਫਿਰ ਲੋਕਾਂ ਵੱਲ ਵੇਖਦੇ ਵੀ ਲੋਕ ਕੀ ਕਰ ਰਹੇ ਨੇ, ਲੋਕਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਹਾਂ। ਕਦੇ ਅਸੀਂ ਗੁਰੂ ਨੂੰ ਫੋਲੋ ਤੇ ਕੀਤਾ ਹੀ ਨਹੀਂ। ਅਸੀਂ ਵੇਖਦੇ ਕਿ ਲੋਕ ਕੀ ਖਾ ਰਹੇ ਨੇ, ਲੋਕ ਕੀ ਪੀ ਰਹੇ ਨੇ, ਲੋਕ ਕਿਹੋ ਜਿਹਾ ਪਹਿਨ ਰਹੇ ਨੇ, ਅਸੀਂ ਉਹਦੇ ਮੁਤਾਬਕ ਚੱਲਣਾ ਸ਼ੁਰੂ ਕਰ ਦਿੰਦੇ ਆ। ਇਸ ਕਰਕੇ ਫਿਰ ਦੁੱਖ ਤੇ ਰੋਗ ਸਾਡੀ ਜ਼ਿੰਦਗੀ ਵਿੱਚ ਆ ਜਾਂਦੇ ਨੇ। ਤੇ ਰੱਬ ਸਾਨੂੰ ਭੁੱਲਿਆ ਹੁੰਦਾ ਜਦੋਂ ਫੈਸ਼ਨ ਪ੍ਰਸਤੀ ਰਸਾਂ ਕਸਾਂ ਦੇ ਚਸਕਿਆਂ ਵਿੱਚ ਪੈ ਗਏ। ਤੇ ਹਜੂਰ ਨੇ ਕਿਰਪਾ ਕੀਤੀ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਕਹਿੰਦੇ ਜਦੋਂ ਖਸਮ ਭੁੱਲ ਗਿਆ ਤੇ ਜ਼ਿੰਦਗੀ ਵਿੱਚ ਰੋਗ ਲੱਗ ਗਏ ਸੱਜਣਾ। ਰੋਗ ਆਪਣੇ ਮੂਲ ਨਾਲ ਜੁੜੇ ਹੋਵਾਂਗੇ ਤੇ ਜ਼ਿੰਦਗੀ ਵਿੱਚ ਤਾਜ਼ਗੀ ਤੇ ਖੇੜਾ ਹੋਏਗਾ। ਬੜੇ ਪਿਆਰੇ ਬਚਨ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸ਼ਲੋਕ 12 ਤੇ ਵਧੀਕ ਦੇ ਅੰਦਰ। ਹਜੂਰ ਇੱਕ ਪਾਣੀ ਦੇ ਛੋਟੇ ਜਿਹੇ ਤਲਾਬ ਦੇ ਕੋਲ ਬੈਠੇ ਨੇ। ਬਹੁਤ ਤਾਜ਼ਾ ਪਾਣੀ ਹੈ, ਉਹਦੇ ਅੰਦਰ ਕਮਲ ਦੇ ਫੁੱਲ ਖਿੜੇ ਨੇ ਤੇ ਭੌਰੇ ਦੂਰੋਂ ਦੂਰੋਂ ਆ ਕੇ ਕਮਲ ਦੇ ਫੁੱਲਾਂ ਦੇ ਵਿੱਚੋਂ ਰਸ ਮਾਣਦੇ ਨੇ, ਗੁੰਜਾਰਾ ਪਾਉਂਦੇ ਨੇ। ਤੇ ਸਤਿਗੁਰੂ ਨੇ ਅਜਬ ਨਜ਼ਾਰਾ ਤੱਕਿਆ।
ਕੁਝ ਦਿਨਾਂ ਬਾਅਦ ਮਹਾਰਾਜ ਫਿਰ ਉਸੇ ਥਾਂ ਤੇ ਆਏ ਤੇ ਕੀ ਵੇਖਿਆ, ਉਹ ਜਿਹੜਾ ਛੋਟਾ ਜਿਹਾ ਤਲਾਬ ਕਮਲ ਦੇ ਫੁੱਲਾਂ ਨਾਲ ਭਰਿਆ ਹੋਇਆ ਸੀ ਨਾ, ਉਹਦਾ ਹੁਣ ਹਾਲ ਬਹੁਤ ਮਾੜਾ ਹੋ ਚੁੱਕਾ ਹੈ। ਉਹਦਾ ਪਾਣੀ ਕਾਲਾ ਹੋ ਗਿਆ, ਕਮਲ ਦੇ ਫੁੱਲ ਸੁੱਕ ਗਏ ਤੇ ਭੌਰੇ ਤੇ ਕਿਤੇ ਨੇੜੇ ਤੇੜੇ ਵੀ ਨਜ਼ਰ ਨਹੀਂ ਆ ਰਹੇ। ਉੱਥੇ ਹਜ਼ੂਰ ਨੇ ਇੱਕ ਸਵਾਲ ਕੀਤਾ, ਸੋਝੀ ਦੇਣ ਵਾਸਤੇ, ਸਾਨੂੰ ਸਮਝਾਉਣ ਵਾਸਤੇ ਸਵਾਲ ਅਬ ਹੋਏ। ਸਵਾਲ ਕੀ ਕੀਤਾ ਮਹਾਰਾਜ ਨੇ, ਪੱਬਰ ਤੂੰ ਹਰੀਆਵਲਾ ਕਮਲਾ ਕੰਚਨ ਵੰਨ, ਕਹਿ ਦੋਖੜੇ ਸੜਿਓ ਕਾਲੀ ਹੋਈ ਦੇਹੁਰੀ, ਨਾਨਕ ਮੈਂ ਤਨ ਭੰਗ। ਕਹਿੰਦੇ ਭਾਈ ਕੀ ਗੱਲ ਹੋ ਗਈ, ਕਿਹੜਾ ਤੈਨੂੰ ਦੁੱਖ ਲੱਗ ਗਿਆ, ਤੂੰ ਸੜ ਕੇ ਕਾਲਾ ਹੋ ਗਿਆ। ਤੇ ਜਵਾਬ ਬੜਾ ਪਿਆਰਾ ਸੀ, ਜਾਣਾ। ਕਹਿੰਦੇ ਮੈਂ ਜਾਣਦਾ ਹਾਂ ਮੇਰੀ ਹਾਲਤ ਕਿਉਂ ਹੋਈ ਹੈ, ਮੈਂ ਜਾਣਾ ਮੇਰੀ ਹਾਲਤ ਕਿਉਂ ਹੋਈ ਹੈ। ਜਾਣਾ ਪਾਣੀ ਨਾ ਲਹਾ, ਮੈਂ ਜਾਣਦਾ ਹਾਂ ਮੈਂ ਆਪਣੇ ਮੂਲ ਤੋਂ ਵਿਛੜ ਚੁੱਕਾ ਹਾਂ। ਜੈਸੇ ਤੀ ਮੇਰਾ ਸੰਗ ਜਿਤ ਡਿਠੇ ਮਨ ਪਰ ਫੜੈ ਚੜ੍ਹੈ ਚਵਗਣ ਵੰਨ, ਮੈਂ ਆਪਣੇ ਮੂਲ ਨਾਲੋਂ ਟੁੱਟ ਚੁੱਕਾ ਹਾਂ। ਇਸ ਕਰਕੇ ਮੇਰੇ ਵਿੱਚ ਤਾਜ਼ਗੀ ਨਹੀਂ ਰਹੀ, ਖੇੜਾ ਨਹੀਂ ਰਿਹਾ। ਤੇ ਸੱਚ ਜਾਣਿਓ, ਇੱਕ ਪੱਤਾ, ਇੱਕ ਫੁੱਲ, ਫਲ ਜਿਹੜਾ ਟਾਹਣੀ ਨਾਲੋਂ ਮੂਲ ਨਾਲੋਂ ਟੁੱਟ ਜਾਵੇ, ਉਹ ਫੁੱਲ ਤੇ ਬਹੁਤੀ ਦੇਰ ਖੇੜਾ ਤੇ ਤਾਜ਼ਗੀ ਨਹੀਂ ਰਹਿੰਦੀ। ਇੱਕ ਪਾਣੀ ਦਾ ਚਸ਼ਮਾ ਆਪਣੀ ਮੂਲ ਨਾਲ ਛੱਡ ਜਾਏ ਤੇ ਪਾਣੀ ਕਾਲਾ ਹੋ ਜਾਂਦਾ, ਬਦਬੂ ਆਉਂਦੀ ਹੈ। ਇਸੇ ਤਰ੍ਹਾਂ ਜੀਵ ਜਿਹੜਾ ਹੈ ਉਸ ਪਰਮੇਸ਼ਰ ਦੀ ਅੰਸ਼ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਜਦੋਂ ਸਾਨੂੰ ਖਸਮ ਵਾਹਿਗੁਰੂ ਵਿਸਰੇਗਾ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਖਸਮ ਵਿਸਰ ਗਿਆ ਤੇ ਸਮਝੋ ਸਾਡੀ ਜ਼ਿੰਦਗੀ ਵਿੱਚ ਰੋਗ ਆ ਗਏ। ਉਹ ਮਾਨਸਿਕ ਰੋਗਾਂ ਦੀ ਗੱਲ ਵੀ ਆਪਾਂ ਕਰ ਸਕਦੇ, ਸਰੀਰਕ ਰੋਗ ਵੀ ਉਦੋਂ ਹੀ ਪੈਦਾ ਹੋਣਗੇ ਜਦੋਂ ਖਸਮ ਪ੍ਰਭੂ ਵਿਸਰੇਗਾ। ਤੇ ਸਤਿਗੁਰੂ ਕਹਿੰਦੇ ਦੁੱਖ ਤਦੇ ਜਾਂ ਵਿਸਰ ਜਾਵੇ, ਕਹਿੰਦੇ ਦੁੱਖ ਆਉਂਦਾ ਹੀ ਉਦੋਂ ਜਦੋਂ ਖਸਮ ਭੁੱਲ ਜਾਏ। ਭੁੱਖ ਵਿਆਪੇ ਉਹ ਬਿਤਾਵੇ, ਚਿੰਤਾ ਰੋਗ ਗਈ ਹੁੰਦਾ। ਕਹਿੰਦੇ ਜਦੋਂ ਖਸਮ ਚੇਤੇ ਆ ਗਿਆ, ਚਿੰਤਾਵਾਂ ਤੇ ਪੀੜਾ ਸਾਰੀਆਂ ਦੂਰ ਹੋ ਜਾਣਗੀਆਂ। ਇਸੇ ਕਰਕੇ ਅੱਜ ਦੇ ਮੁਬਾਰਕ ਸ਼ਬਦ ਵਿੱਚ ਵੀ ਮਹਾਰਾਜ ਕਿਰਪਾ ਕਰ ਰਹੇ ਨੇ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਤੇਰਾ ਨਾਮ ਦੁੱਖਾਂ ਨੂੰ ਭੰਨਣ ਵਾਲਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ, ਆਠ ਪਹਿਰ ਅਰਾਧੀਏ ਪੂਰਨ ਸਤਿਗੁਰ ਗਿਆਨ। ਅੱਠੇ ਪਹਿਰ ਵਾਹਿਗੁਰੂ ਨੂੰ ਸਿਮਰਦੇ ਰਹੀਏ। ਹੁਣ ਜਿੱਥੇ ਆਪਾਂ ਗੱਲ ਕੀਤੀ ਮਨ ਦੇ ਰੋਗਾਂ ਦੀ, ਤਨ ਦੇ ਰੋਗਾਂ ਦੀ, ਉੱਥੇ ਤੀਜਾ ਹੈ ਕੁਦਰਤੀ ਆਫਤਾਂ। ਉਹ ਵੀ ਬੰਦੇ ਨੂੰ ਦੁਖੀ ਕਰਦੀਆਂ ਨੇ, ਪਰ ਸਿਮਰਨ ਕਰਨ ਵਾਲਾ, ਬੰਦਗੀ ਕਰਨ ਵਾਲਾ, ਉਹ ਕੁਦਰਤੀ ਆਫਤਾਂ ਜਿਹੜੀਆਂ ਆ ਰਹੀਆਂ ਨੇ, ਭਾਵੇਂ ਮੀਂਹ ਹੈ, ਹਨੇਰੀ ਹੈ, ਝੱਖੜ ਹੈ, ਤੂਫਾਨ ਹੈ, ਉਹਨੂੰ ਵੀ ਪ੍ਰਭੂ ਦੀ ਰਜ਼ਾ ਜਾਣ ਕੇ ਭਾਣਾ ਮੰਨ ਲੈਂਦਾ ਹੈ। ਰਜ਼ਾ ਵਿੱਚ ਭਾਣਾ ਮੰਨ ਲੈਂਦਾ ਹੈ। ਗੁਰੂ ਅੰਗਦ ਸਾਹਿਬ ਮਹਾਰਾਜ, ਉਹਨਾਂ ਦੇ ਜੀਵਨ ਦੇ ਅੰਦਰ ਇੱਕ ਬੜੀ ਪਿਆਰੀ ਸਾਖੀ ਮਿਲਦੀ ਹੈ। ਗੁਰੂ ਸਾਹਿਬ ਦਾ ਪਰਮ ਸਿੱਖ ਹੋਇਆ ਭਾਈ ਜੀਵਾ, ਤੇ ਭਾਈ ਜੀਵਾ ਰੋਜ਼ ਗੁਰੂ ਕੇ ਦਰਸ਼ਨ ਕਰਨ ਆਉਣੇ, ਤੇ ਗੁਰਾਂ ਵਾਸਤੇ ਉਹਨੇ ਖਿਚੜੀ ਤਿਆਰ ਕਰਕੇ ਲੈ ਕੇ ਆਉਣੀ ਭਾਈ ਜੀਵੇ ਨੇ। ਤੇ ਇੱਕ ਭਾਈ ਜੀਵਾ ਮਹਾਰਾਜ ਦੇ ਚਰਨਾਂ ਵਿੱਚ ਆਇਆ ਤੇ ਆ ਕੇ ਕਹਿਣ ਲੱਗਾ, ਸਤਿਗੁਰੂ ਮੈਂ ਰੋਜ਼ ਹੀ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਹਾਂ, ਰੋਜ਼ ਆਪ ਜੀ ਨੂੰ ਭੋਜਨ ਛਕਾਉਣ ਆਉਂਦਾ ਹਾਂ, ਪਰ ਅੱਜ ਜਦੋਂ ਮੈਂ ਘਰੋਂ ਨਿਕਲਿਆ ਨਾ ਤੇ ਬਹੁਤ ਤੇਜ਼ ਹਨੇਰੀ ਚੱਲ ਰਹੀ ਸੀ। ਹਨੇਰੀ, ਕਹਿੰਦੇ ਮੈਂ ਸੋਚਿਆ ਮਨ ਵਿੱਚ, ਹਨੇਰੀ ਬੜੀ ਤੇਜ਼ ਹੈ, ਘਰੋਂ ਬਾਹਰ ਨਿਕਲਣਾ ਬੜਾ ਔਖਾ ਹੈ, ਕਿਤੇ ਮੈਂ ਸਤਿਗੁਰਾਂ ਦੇ ਦਰਸ਼ਨਾਂ ਤੋਂ ਵਾਂਝਾ ਨਾ ਰਹਿ ਜਾਵਾਂ। ਇਸ ਵਾਸਤੇ ਮੈਂ ਅਰਦਾਸ ਕੀਤੀ ਕਿ ਇਹ ਹਨੇਰੀ ਜਾਏ।
ਕਹਿੰਦੇ ਹਨੇਰੀ ਬੰਦ ਹੋਣ ਤੋਂ ਬਾਅਦ ਸਤਿਗੁਰੂ ਜੀ ਹੁਣ ਆਪ ਦੇ ਮੈਂ ਦਰਸ਼ਨ ਕਰਨ ਵਾਸਤੇ ਆਇਆ। ਤੇ ਉੱਥੇ ਸਤਿਗੁਰੂ ਨੇ ਫਿਰ ਬੜਾ ਪਿਆਰਾ ਉਪਦੇਸ਼ ਦਿੱਤਾ। ਆਖਿਆ ਭਾਈ ਜੀਵਾ ਜੀ, ਹਨੇਰੀ ਚੱਲ ਰਹੀ ਹੈ, ਇਹ ਰੱਬੀ ਮੌਜ ਹੈ, ਕੁਦਰਤੀ ਵਿਧਾਨ ਹੈ, ਤੇ ਤੁਸੀਂ ਆਪਣੇ ਸੁਖ ਵਾਸਤੇ ਇਹ ਅਰਦਾਸ ਕੀਤੀ ਕਿ ਬੰਦ ਹੋ ਜਾਏ ਹਨੇਰੀ। ਕਹਿੰਦੇ ਤੁਹਾਨੂੰ ਰੱਬੀ ਰਜ਼ਾ ਨੂੰ, ਭਾਣੇ ਨੂੰ ਮੰਨਣਾ ਚਾਹੀਦਾ ਸੀ। ਅੱਗੇ ਤੋਂ ਦੁਬਾਰਾ ਇਹੋ ਜਿਹੀ ਗਲਤੀ ਨਾ ਕਰਿਓ। ਜੋ ਕੁਝ ਵੀ ਕੁਦਰਤ ਵਿੱਚ ਵਾਪਰਦਾ ਹੈ ਉਹਨੂੰ ਭਾਣਾ ਮੰਨ ਕੇ, ਰਜ਼ਾ ਮੰਨ ਕੇ ਉਹਦੇ ਵਿੱਚ ਰਹਿਣਾ ਸਿੱਖੋ। ਕਦੇ ਵੀ ਇਹੋ ਜਿਹਾ ਕੰਮ ਦੁਬਾਰਾ ਨਹੀਂ ਕਰਨਾ। ਆਪਣੇ ਕਿਸੇ ਸੁੱਖ ਵਾਸਤੇ, ਆਪਣੇ ਸਵਾਰਥ ਵਾਸਤੇ ਕਦੇ ਵੀ ਅਜਿਹਾ ਨਾ ਕਰੋ। ਤਾਂ ਬੜੀ ਪਿਆਰੀ ਸਾਡੇ ਵਾਸਤੇ ਸਿੱਖਿਆ ਹੈ ਕਿ ਜੋ ਵੀ ਕੁਦਰਤ ਵਿੱਚ ਵਾਪਰਦਾ ਹੈ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ, ਉਹਨੂੰ ਅਸੀਂ ਭਾਣੇ ਨੂੰ ਮੰਨੀਏ। ਪਰ ਸਾਡੀ ਤਿਆਰੀ ਇੰਨੀ ਹੋਣੀ ਚਾਹੀਦੀ ਹੈ, ਕੋਈ ਵੀ ਇਮਤਿਹਾਨ ਸਾਡੇ ਸਾਹਮਣੇ ਆਉਂਦਾ ਹੈ ਉਹਦੇ ਵਾਸਤੇ ਅਸੀਂ ਤਿਆਰ ਹੋਈਏ। ਇੱਥੇ ਵੀ ਮਹਾਰਾਜ ਰਹਿਮਤ ਕਰ ਰਹੇ ਨੇ, ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ। ਜਿਸ ਹਿਰ ਪਰਮੇਸ਼ਰ ਵਸਿਆ ਹੋਇਆ ਏ, ਉਹਦੀ ਯਾਦ ਵਸੀ ਹੋਈ ਹੈ, ਉਹ ਹਿਰਦਾ ਘਰ ਬੜਾ ਸੋਹਣਾ ਬਣ ਗਿਆ ਜਿੱਥੇ ਪਰਮੇਸ਼ਰ ਦਾ ਵਾਸਾ ਹੈ। ਜਿਸ ਘਰ ਦੇ ਵਿੱਚ ਪਰਮੇਸ਼ਰ ਦਾ ਧਿਆਨ ਧਰਿਆ ਜਾਂਦਾ, ਨਾਮ ਜਪਿਆ ਜਾਂਦਾ, ਸਤਿਗੁਰੂ ਕਹਿੰਦੇ ਘਰ ਬੜੇ ਪਵਿੱਤਰ ਨੇ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੁਬਾਰੇ, ਉਹ ਥਾਵਾਂ ਬੜੀਆਂ ਸੋਹਣੀਆਂ ਨੇ, ਸ਼ੋਭਨੀਕ ਬਣ ਜਾਂਦੀਆਂ ਨੇ। ਜਮ ਕੰਕਰ ਨੇੜ ਨ ਆਵਈ, ਰਸਨਾ ਹਰ ਗੁਣ ਗਾਓ। ਜਮ ਕੰਕਰ, ਜਮ ਕੰਕਰ ਤੋਂ ਭਾਵ ਹੈ ਮੌਤ ਦਾ ਡਰ। ਜਮ ਵਿਕਾਰਾਂ ਨੂੰ ਵੀ ਬਾਣੀ ਦੇ ਵਿੱਚ ਜਮ ਲਿਖਿਆ ਬਹੁਤ ਥਾਵਾਂ ਤੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵੀ ਜਮ ਨੇ। ਬੰਦੇ ਨੂੰ ਚਿੰਬੜ ਜਾਣ ਤੇ ਖਹਿੜਾ ਨਹੀਂ ਛੱਡਦੇ। ਫਿਰ ਜਮ ਕੰਕਰ ਤੋਂ ਭਾਵ ਹੈ ਮੌਤ ਦਾ ਡਰ, ਮੌਤ ਦਾ ਭੈ। ਕਹਿੰਦੇ ਤੁਹਾਡੇ ਨੇੜੇ ਵੀ ਨਹੀਂ ਆਏਗਾ, ਕੋਈ ਵਿਕਾਰ ਤੁਹਾਡੇ ਨੇੜੇ ਨਹੀਂ ਆ ਸਕਦਾ ਜਦੋਂ ਤੁਸੀਂ ਰਸਨਾ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਗਾਓਗੇ, ਉਹਦੀ ਯਾਦ ਵਿੱਚ ਜੁੜੇ ਰਹੋਗੇ। ਸੇਵਾ ਸੁਰਤ ਨਾ ਜਾਣੀਆ, ਨਾ ਜਾਪੈ ਆਰਾਧ। ਤੇ ਇਸ ਬੰਦ ਦੇ ਅੰਦਰ ਮਹਾਰਾਜ ਫਿਰ ਬੜੇ ਨਿਮਰਤਾ ਦੇ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਹੇ ਵਾਹਿਗੁਰੂ ਜੀ, ਮੈਨੂੰ ਕੋਈ ਸਮਝ ਨਹੀਂ ਹੈ, ਸੋਝੀ ਨਹੀਂ, ਕਿਵੇਂ ਮੈਂ ਤੁਹਾਡੀ ਸੇਵਾ ਕਰਨੀ ਹੈ, ਕਿਵੇਂ ਤੁਹਾਡਾ ਸਿਮਰਨ ਕਰਨਾ, ਮੈਨੂੰ ਸਮਝ ਨਹੀਂ ਇਸ ਗੱਲ ਦੀ, ਮੈਨੂੰ ਪਤਾ ਨਹੀਂ ਹੈ, ਮੈਂ ਤੇ ਬੜਾ ਹੀ ਅਣਜਾਣ ਹਾਂ। ਵੇਖੋ ਇਹ ਨਿਮਰਤਾ ਦੀ ਗੱਲ ਹੈ। ਕਦੇ ਵੀ ਦਾਵਾ ਨਹੀਂ ਕਰਨਾ, ਕਦੇ ਵੀ ਇਸ ਗੱਲ ਦੀ ਹਉਮੈ ਨਹੀਂ ਕਰਨੀ ਕਿ ਮੈਂ ਬੜਾ ਸਿਆਣਾ ਹੋ ਗਿਆ, ਮੈਂ ਬੜਾ ਵਧੀਆ ਸਿਮਰਨ ਕਰਦਾ, ਮੈਂ ਬੜੀ ਸੋਹਣੀ ਸੇਵਾ ਕਰ ਲੈਣਾ। ਕਦੇ ਇਸ ਗੱਲ ਦਾ ਦਾਵਾ ਨਾ ਕਰੀਏ। ਸਦਾ ਨਿਮਾਣੇ ਬਣ ਕੇ, ਇਆਣੇ ਬਣ ਕੇ, ਗੁਰੂ ਸਾਹਿਬ ਨੇ ਆਖਿਆ ਨਾ, ਗੁਰ ਕੀ ਮਤ ਤੂੰ ਲੈ ਇਆਣੇ। ਇਆਣਾ ਬਣ ਕੇ ਸਦਾ ਨਿਮਾਣੇ ਬਣ ਕੇ ਬੇਨਤੀ ਕਰੀਏ। ਇੱਥੇ ਵੀ ਮਹਾਰਾਜ ਨਿਮਾਣੇ ਬਣ ਕੇ ਬੇਨਤੀ ਕਰਦੇ, ਸੇਵਾ ਸੁਰਤ ਨਾ ਜਾਣੀਆਂ, ਨਾ ਜਾਪੇ ਆਰਾਧ। ਮਹਾਰਾਜ ਮੇਰੇ ਕੋਲ ਕੋਈ ਇੰਨੀ ਸਮਝ ਨਹੀਂ ਹੈ, ਤੁਸੀਂ ਆਪ ਹੀ ਕਿਰਪਾ ਕਰਕੇ ਆਪਣੇ ਦਵਾ ਆਪ ਕਰਵਾਓ, ਆਪ ਰਹਿਮਤ ਕਰਕੇ ਆਪਣੇ ਸਿਮਰਨ ਵਿੱਚ ਜੋੜ ਲਓ। ਓਟ ਤੇਰੀ ਜਗ ਜੀਵਨਾ, ਮੇਰੇ ਠਾਕੁਰ ਅਗੰਮ ਅਗਾਧ। ਮੇਰੇ ਕੋਲ ਕੋਈ ਸਿਆਣਪ ਨਹੀਂ ਕਿ ਮੈਂ ਆਪਣੀ ਸਿਆਣਪ ਨਾਲ ਕੁਝ ਕਰ ਸਕਾਂ। ਮੈਂ ਤਾਂ ਬਸ ਤੇਰਾ ਓਟ ਆਸਰਾ ਲੈ ਕੇ ਹੀ ਜ਼ਿੰਦਗੀ ਜਿਉ ਰਿਹਾ ਹਾਂ। ਹੇ ਸਾਰੇ ਜਗਤ ਦੇ ਜੀਵਨ ਵਾਹਿਗੁਰੂ, ਮੈਨੂੰ ਬਸ ਤੇਰਾ ਆਸਰਾ ਹੈ। ਹੇ ਅਗੰਮ ਅਗਾਧ ਪ੍ਰਭੂ ਜੀਓ, ਮੈਂ ਤੇ ਬਸ ਤੇਰੇ ਭਰੋਸੇ ਹੀ ਜ਼ਿੰਦਗੀ ਜੀ ਰਿਹਾ ਹਾਂ। ਭਏ ਕਿਰਪਾਲ ਗੁਸਾਈਆਂ,
ਨਠੇ ਸੋਗ ਸੰਤਾਪ। ਕਹਿੰਦੇ ਵਾਹਿਗੁਰੂ ਜਿਸ ਤੇ ਵੀ ਮਿਹਰਬਾਨ ਹੁੰਦਾ ਏ ਉਹਦੇ ਜੀਵਨ ਦੇ ਅੰਦਰੋਂ ਸੋਗ ਸੰਤਾਪ ਸਾਰੇ ਨੱਠ ਜਾਂਦੇ ਨੇ। ਭਾਵ ਉਹ ਇੰਨੀ ਚੜ੍ਹਦੀ ਕਲਾ ਵਿੱਚ ਹੋ ਜਾਂਦਾ ਏ ਕਿ ਕੋਈ ਵੀ ਵੱਡੇ ਤੋਂ ਵੱਡਾ ਡਰ ਉਹਨੂੰ ਡਰਾ ਨਹੀਂ ਸਕਦਾ। ਭਗਤ ਪ੍ਰਹਿਲਾਦ ਜੀ ਦਾ ਬਹੁਤ ਜ਼ਿਕਰ ਬਾਣੀ ਦੇ ਵਿੱਚ ਆਇਆ ਹੈ। ਜਦੋਂ ਪਰਮੇਸ਼ਰ ਦੀ ਬੰਦਗੀ ਵਿੱਚ ਭਗਤ ਪ੍ਰਹਿਲਾਦ ਜੀ ਜੁੜੇ ਨਾ, ਇੰਨੀ ਜ਼ਿਆਦਾ ਤਿਆਰੀ ਹੋ ਗਈ ਇਮਤਿਹਾਨ ਦੇਣ ਵਾਸਤੇ। ਉਹਨਾਂ ਦੇ ਅੰਦਰ ਵੱਡੇ ਤੋਂ ਵੱਡਾ ਇਮਤਿਹਾਨ ਆਇਆ, ਉਹ ਡੋਲੇ ਨਹੀਂ। ਇੰਨਾ ਜ਼ਿਆਦਾ ਅੰਦਰ ਨਿਰਭੈਤਾ ਆ ਗਈ। ਬਾਣੀ ਵਿੱਚ ਜ਼ਿਕਰ ਮਿਲਦਾ ਹੈ ਕਿ ਭਗਤ ਪ੍ਰਹਿਲਾਦ ਨੂੰ ਡਰਾਉਣ ਵਾਸਤੇ ਨਾ ਹਨੇਰ ਕੋਠੜੀ ਵਿੱਚ ਬੰਦ ਕਰ ਦਿੱਤਾ, ਬਾਹਰੋਂ ਜਿੰਦਰਾ ਲਾ ਦਿੱਤਾ। ਤੇ ਆਪਾਂ ਵੇਖਦੇ ਛੋਟੇ ਜਿਹੇ ਬੱਚੇ ਨੂੰ ਕਿਸੇ ਕਮਰੇ ਵਿੱਚ ਇਕੱਲੇ ਨੂੰ ਬੰਦ ਕਰੀਏ ਤੇ ਉਹਦੀਆਂ ਚੀਕਾਂ ਨਿਕਲ ਜਾਂਦੀਆਂ, ਰੋਂਦਾ ਹੈ ਵੀ ਛੇਤੀ ਮੈਨੂੰ ਬਾਹਰ ਕੱਢ ਲਓ। ਘਰਾਂ ਦੇ ਵਿੱਚ ਕਈ ਵਾਰੀ ਨਿਆਣਿਆਂ ਨੂੰ ਡਰਾਇਆ ਜਾਂਦਾ ਕਿ ਤੂੰ ਜੇ ਆਹ ਕੰਮ ਨਾ ਕੀਤਾ ਤੈਨੂੰ ਥੱਲੇ ਹਨੇਰੇ ਵਾਲੇ ਸਟੋਰ ਵਿੱਚ ਬੰਦ ਕਰ ਦਿਆਂਗੇ, ਹਨੇਰ ਕਮਰੇ 'ਚ। ਤੇ ਬੱਚੇ ਡਰ ਜਾਂਦੇ ਨੇ। ਛੋਟੀ ਜਿਹੀ ਉਮਰ ਦਾ ਭਗਤ ਪ੍ਰਹਿਲਾਦ, ਬਾਣੀ ਵਿੱਚ ਜ਼ਿਕਰ ਮਿਲਦਾ ਹੈ ਕਿ ਭਗਤ ਪ੍ਰਹਿਲਾਦ ਨੂੰ ਕੋਠੇ ਵਿੱਚ ਬੰਦ ਕਰਕੇ ਬਾਹਰੋਂ ਜਿੰਦਰਾ ਮਾਰ ਦਿੱਤਾ ਤੇ ਕਈ ਘੰਟਿਆਂ ਤੱਕ ਅੰਦਰ ਹੀ ਬੰਦ ਰੱਖਿਆ। ਸਾਸਨਾ ਤੇ ਬਾਲ ਗਮ ਨਾ ਕਰਈ। ਕਹਿੰਦੇ ਇੰਨੀ ਜ਼ਿਆਦਾ ਤਾੜਨਾ, ਇੰਨਾ ਜ਼ਿਆਦਾ ਦੰਡ ਜਾ ਰਿਹਾ ਹੈ, ਫਿਰ ਵੀ ਡਰਿਆ ਨਹੀਂ। ਫਿਰ ਆਖਿਆ ਉੱਚੇ ਪਹਾੜ ਤੋਂ ਸੁੱਟ ਕੇ ਖਤਮ ਕਰ ਦਿਓ, ਫਿਰ ਵੀ ਡਰਿਆ ਨਹੀਂ। ਅੱਗ ਦੇ ਵਿੱਚ ਸਾੜ ਕੇ ਮਾਰਨ ਦੀ ਗੱਲ ਜਦੋਂ ਹੋਈ ਉੱਥੇ ਵੀ ਪਰਵਾਹ ਨਹੀਂ ਕੀਤੀ, ਕਿਉਂਕਿ ਜਦੋਂ ਵਾਹਿਗੁਰੂ ਕਿਰਪਾ ਕਰੇ ਤਮਾਮ ਡਰ ਝੋਰੇ ਫਿਕਰ ਜ਼ਿੰਦਗੀ ਵਿੱਚੋਂ ਦੂਰ ਹੋ ਜਾਂਦੇ ਨੇ। ਇੰਨੀ ਅੰਦਰ ਨਿਰਭੈਤਾ ਤੇ ਚੜ੍ਹਦੀ ਕਲਾ ਆਉਂਦੀ ਹੈ। ਮਹਾਰਾਜ ਕਹਿੰਦੇ ਭਏ ਕਿਰਪਾਲ ਗੁਸਾਈਆਂ, ਨੱਠੇ ਸੋਗ ਸੰਤਾਪ, ਤੱਤੀ ਵਾਉ ਨਾ ਲੱਗੇ। ਸਤਿਗੁਰ ਰੱਖੇ ਆਪ। ਤੱਤੀ ਵਾਉ ਤੋਂ ਭਾਵ ਜਰਾ ਜਿੰਨਾ ਦੁੱਖ ਵੀ ਬੰਦੇ ਦੇ ਨੇੜੇ ਨਹੀਂ ਆਉਂਦਾ। ਤਾਤੀ ਵਾਉ ਨਾ ਲਾਗੇ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ। ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਗੁਰ ਨਾਰਾਇਣ ਦਈ ਗੁਰ, ਗੁਰ ਸੱਚਾ ਸਿਰਜਨਹਾਰ। ਤੇ ਆਖਰੀ ਬੰਦ ਵਿੱਚ ਪੰਚਮ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਭਾਈ ਗੁਰੂ ਪਰਮੇਸ਼ਰ ਦਾ ਰੂਪ ਹੈ। ਗੁਰੂ ਹੀ ਪਿਆਰ ਦਾ ਸਰੂਪ, ਸਭ ਜੀਵਾਂ ਤੇ ਕਿਰਪਾ ਕਰਨ ਵਾਲਾ ਸਿਰਜਣਹਾਰ ਹੈ। ਗੁਰ ਤੁਠੈ ਸਭ ਕਿਛ ਪਾਇਆ, ਜਨ ਨਾਨਕ ਸਦ ਬਲਿਹਾਰ। ਕਹਿੰਦੇ ਗੁਰੂ ਦੀ ਮਿਹਰ ਸਦਕਾ ਜਦੋਂ ਗੁਰੂ ਮੇਰੇ ਤੇ ਤਰੁੱਠਿਆ ਤੇ ਗੁਰੂ ਦੀ ਮਿਹਰ ਸਦਕਾ ਮੈਨੂੰ ਸਭ ਕੁਝ ਪ੍ਰਾਪਤ ਹੋਇਆ ਹੈ। ਭਾਵ ਮੇਰੇ ਦੇ ਅੰਦਰ ਤਿੰਨੇ ਤਰ੍ਹਾਂ ਦੇ ਤਾਪ ਦੂਰ ਹੋ ਗਏ ਨੇ। ਗੁਰੂ ਨੇ ਗਿਆਨ ਦਿੱਤਾ ਕਿ ਅੱਠੇ ਪੈਰ ਪਰਮੇਸ਼ਰ ਨੂੰ ਸਿਮਰਦਾ ਰਹੋ, ਉਹਨੂੰ ਚੇਤੇ ਕਰਦਾ ਰਹੋ, ਉਹਦੀ ਯਾਦ ਵਿੱਚ ਜੁੜਿਆ ਰਹੋ ਤੇ ਸਭ ਥਾਵਾਂ ਤੇ ਤੇਰਾ ਰਾਖਾ ਉਹ ਆਪ ਹੀ ਬਣੇਗਾ। ਇਹ ਗਿਆਨ ਮੈਨੂੰ ਗੁਰੂ ਨੇ ਦੇ ਦਿੱਤਾ, ਜਿਸ ਦੇ ਸਦਕਾ ਹੁਣ ਮੇਰੇ ਜੀਵਨ ਵਿੱਚ ਆਨੰਦ ਬਣ ਗਿਆ ਹੈ। ਊਠਤ ਸੁਖੀਆ ਬੈਠਤੀਆ, ਭਾਉ ਨਹੀਂ ਲਾਗੇ ਜਾਂ ਐਸੇ 부ਝਿਆ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰ ਜਾਮੀ। ਸੋਏ ਅਚਿੰਤਾ ਜਾਗ ਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਹੁਣ ਮੇਰੀ ਜ਼ਿੰਦਗੀ ਵਿੱਚ ਪਰਮ ਆਨੰਦ ਸੁਖ ਤੇ ਖੇੜਾ ਬਣ ਗਿਆ ਹੈ। ਸਤਿਗੁਰੂ ਰਹਿਮਤ ਕਰਨ, ਆਪਾਂ ਵੀ ਗੁਰੂ ਦੇ ਕੋਲੋਂ ਇਸ ਮਤ ਸੋਝੀ ਲੈਣੀ ਹੈ। ਆਠ ਪਹਿਰ ਅਰਾਧੀ ਹੈ। ਅਸੀਂ ਵੀ ਗੁਰੂ ਦੇ ਕੋਲੋਂ ਇਹ ਗਿਆਨ ਲੈ ਕੇ ਅੱਠੇ ਪੈਰ ਪਰਮੇਸ਼ਰ ਦੀ ਬੰਦਗੀ ਵਿੱਚ, ਉਹਦੇ ਸਿਮਰਨ ਵਿੱਚ ਜੁੜੀਏ, ਤਾਂ ਤੇ ਸਾਡੇ ਜੀਵਨ ਵਿੱਚੋਂ ਵੀ ਆਦ ਵਿਆਦ ਉਪਾਦ ਤਿੰਨੇ ਤਰ੍ਹਾਂ ਦੇ ਤਾਪ ਜਿਹੜੇ ਨੇ ਉਹਨਾਂ ਤੋਂ ਅਸੀਂ ਨਿਵਰਤੀ ਪਾ ਕੇ
ਪਰਮ ਆਨੰਦ ਦੀ ਪ੍ਰਾਪਤੀ ਕਰ ਸਕੀਏ ਜੀ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਸਮੇਂ ਦੀ ਸਮਾਪਤੀ ਹੈ। ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕ ਭੁੱਲਾਂ ਹੋ ਗਈਆਂ ਹੋਣਗੀਆਂ। ਸਮਰੱਥ ਸਤਿਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।